जी, दरिया चनाब में सैलाबी सूरत हाल में कमी हुई है, मगर सैलाब की तबाहकारियां जारी हैं। मौजा सामाल के करीब सैलाबी पानी की वजह से ज़मीनी कटाव में खतरनाक हद तक इजाफा हो गया है, जिसकी वजह से मौजा सामाल और मुलक्का आबादियों का सफा हस्ते से मिटने का खदशा बढ़ गया है। सैलाबी पानी की वजह से सैकड़ों एकड़ पर चारा की फसल तबाह हुई है, जिसकी वजह से जानवरों के भूखे मरने का खदशा भी पैदा हो गया है। इस हवाले से अहले इलाका का कहना था कि एक दिन में 15 से 20 फुट जमीन दरिया बुर्द हो जाती है। अगर इसी तरह हालत रही तो चंद दिन में मौजा सामा सफा हस्ती से मिट जाएगा। बड़े पैमाने पर चारे की फसलें तबाह हुई हैं। जी बिल्कुल। सैलाब तो ਜਿਹੜਾ ਬਾਅਦ ਸਾਡੇ ਇਲਾਕੇ ਦੇ ਵਿੱਚ ਪਹਿਲੇ ਨੰਬਰ ਤੇ ਫਸਲਾਂ ਕਾਫੀ ਨੁਕਸਾਨ ਹੋਇਆ, ਜ਼ਿਮੀਂਦਾਰਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਚਾਰੇ ਦੀ ਫਸਲ ਬਿਲਕੁਲ ਤਬਾਹ ਹੈ। ਜਾਨਵਰ ਪਹਿਲੇ ਲੰਪੀ ਸਕਿਨ ਮਰਜ਼ ਦੀ ਵਜ੍ਹਾ ਤੋਂ ਬਿਮਾਰ ਹਨ, ਹੁਣ ਚਾਰਾ ਨਹੀਂ ਮਿਲਦਾ ਪਿਆ ਵੀ ਉਹ ਬਿਲਕੁਲ ਜਿਹੜਾ ਨਾ ਕਮਜ਼ੋਰ ਹੋ ਗਏ। ਦੂਸਰੇ ਨੰਬਰ ਤੇ ਮੇਨ ਜਿਹੜੀ ਮੌਦਾ ਸਾਂਭਲ ਦੇ ਵਿੱਚ ਤੁਸੀਂ ਕੱਲ ਵੀ ਆਇਆ ਵੇਖਿਆ ਸੀ ਕਿ ਜਿਹੜਾ ਮੇਨ ਮਸਲਾ ਆ ਰਿਹਾ ਹੈ ਉਹ ਦਰਿਆਵੀ ਕਟਾਓ ਦਾ ਆ ਰਿਹਾ ਹੈ। दिन ਦੇ ਵਿੱਚ ਤਕਰੀਬਨ 15-20 ਫੁੱਟ ਜਿਹੜਾ ਉਹ ਜ਼ਮੀਨ ਨੂੰ ਲੈ ਜਾਂਦਾ ਹੈ। ਲੋਕ ਇੱਥੋਂ ਦੇ ਬੜੇ ਪਰੇਸ਼ਾਨ ਨੇ। ਇਹ ਨਾਲ ਹੀ ਚੰਦ ਫੁੱਟ ਦੂਰ ਆਬਾਦੀ ਹੈ ਤੇ ਅਗਰ ਇਹੀ ਸੂਰਤ ਆ ਰਹੀ ਤੇ ਇਹ ਤੇ ਚੰਦ ਦਿਨ ਦੀ ਮਹਿਮਾਨ ਆਬਾਦੀਆਂ ਨੇ। ਇੱਥੋਂ ਲੋਕਾਂ ਨੂੰ ਕੁਝ ਲੋਕ ਨਕਲ ਮਕਾਨੀ ਕਰ ਗਏ ਜਿਹੜੇ ਦੇ ਜਿਹੜੇ ਮਕਾਨ ਸ਼ਕਾਨ ਗਿਰ ਗਏ ਤੇ ਬੜਾ ਮਸਲਾ ਬਣਿਆ ਹੋਇਆ, ਬੜਾ ਨੁਕਸਾਨ ਹੋ ਗਿਆ ਤੇ ਸੈਂਕੜੋ ਏਕੜ ਜਿਹੜੇ ਨੇ ਉਹ ਲੋਕਾਂ ਦੇ ਦਰਿਆ ਬੁਰਦ ਹੋ ਚੁੱਕੇ ਨੇ। ਇੱਥੇ ਜ਼ਮੀਨ ਜਿਹੜੀ ਹੈ ਉਹ ਦਰਿਆ ਦੇ ਵਿੱਚ ਚਲੀ ਗਈ ਹੈ। ਜਿਹੜੇ ਵਿਚਾਰਿਆਂ ਕੋਲ ਚੰਦ ਏਕੜ ਹਨ ਉਹ ਲੱਗੇ ਗਏ, ਹੁਣ ਪਿੱਛੋਂ ਉਹਨਾਂ ਦਾ ਤਾਂ ਵਸੀਲਾ ਹੀ ਕੋਈ ਨਹੀਂ, ਕਿੱਥੋਂ ਕਮਾਉਣਾ ਨੇ। ਤੇ ਸਾਡੀ ਇੰਤਜ਼ਾਮੀਆ ਤੇ ਹਕੂਮਤ ਨਾਲ ਇੰਤਹਾਈ ਪੁਰਜ਼ੋਰ ਅਪੀਲ ਹੈ ਕਿ ਦਰਿਆ ਕਟਾਓ ਦਾ ਕੋਈ ਬੰਦੋਬਸਤ ਕੀਤਾ ਜਾਵੇ ਤਾਂ ਕਿ ਇਹਨੂੰ ਰੋਕਿਆ ਜਾਵੇ। ਕੋਈ ਪੱਥਰ ਛੱਤਰ ਲਾਉਣ, ਪੁਸ਼ਤੇ ਲਾਉਣ ਇਹਦੇ ਤਾਂ ਕਿ ਰੁਕਿਆ ਜਾਵੇ, ਤਾਂ ਕਿ ਇਸ ਪੂਰੀ ਆਬਾਦੀ ਜਿਹੜੀ कम अज़ कम 600-700 घर है जी सिर्फ हुकूमत के रहमो करम ते है। पुरजोर अपील है कि हुकूमत इसका कोई ना कोई हल कढे।